ਸਤਨਾਮ ਸ਼੍ਰੀ ਵਾਹਿਗੁਰੂ ਜੀ। ਨਾਨਕ ਚੁਲੀਆਂ ਸੁੱਚੀਆਂ ਜੇ ਪਰ ਜਾਣੇ ਕੋਏ, ਸੁਰਤੈ ਚੁਲੀ ਗਿਆਨ ਕੀ ਜੋਗੀ ਕਾ ਜਤ ਹੋਏ। ਬ੍ਰਾਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤ ਦਾਨ। ਰਾਜੇ ਚੁਲੀ ਨਿਆਮ ਕੀ ਪੜ੍ਹਿਆ ਸੱਚ ਧਿਆਨ। ਪਾਣੀ ਚਿਤ ਨ ਧੋਪਈ ਮੁਖ ਪੀਤੇ ਤਿਖ ਜਾਏ। ਪਾਣੀ ਪਿਤਾ ਜਗਤ ਕਾ ਫਿਰ ਪਾਣੀ ਹੀ ਸਭ ਖਾਏ। ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੇ ਮਨ ਕੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਜਿਹੜੀ ਜਪਜੀ ਸਾਹਿਬ ਦੀ ਕਥਾ ਚੱਲ ਰਹੀ ਆ। ਕੱਲ੍ਹ ਆਪਾਂ ਕਬੀਰ ਸਾਹਿਬ ਦਾ ਇੱਕ ਸਲੋਕ ਲੈ ਕੇ ਤੇ ਧਰਮ ਦੀ ਵਿਆਖਿਆ ਕੀਤੀ ਸੀ। ਉਹਨਾਂ ਨੇ ਕਿਹਾ, ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ, ਨਹੀਂ ਧਰਮ ਕਰ ਸਕਦਾ ਤੇ ਕਰ ਬੈਰਾਗ। ਛੱਡ ਦੇ ਫਿਰ ਗ੍ਰਸਤ ਨੂੰ, ਕੀ ਰੱਖਿਆ ਇਸ ਕੰਮ ਵਿੱਚ। ਤੇ ਬੈਰਾਗੀ ਬੰਧਨ ਕਰੇ। ਹੁਣ ਬਾਹਰੋਂ ਤੇ ਛੱਡ ਪਊਗਾ ਕੋਈ ਪਰਿਵਾਰ, ਪਰ ਮੋਹ ਮਨ ਦੇ ਵਿੱਚ, ਮੋਹ ਚਿੱਤ ਦੇ ਵਿੱਚ ਮੋਹ ਬੜਾ ਵਾ। ਬਾਹਰੋਂ ਤੇ ਕੋਈ ਘਰ ਬਾਰ ਇਸਤਰੀ ਦਾ ਤਿਆਗ ਕਰ ਦੂਗਾ, ਪਰ ਅੰਦਰੋਂ ਨਹੀਂ ਹੋਣਾ ਤਿਆਗ। ਜਦੋਂ ਅੰਦਰੋਂ ਨਹੀਂ ਤਿਆਗ ਹੁੰਦਾ ਤਾਂ ਫਿਰ ਬੰਦਾ ਉਸੇ ਚੱਕਰ 'ਚ ਹੀ ਘੁੰਮ ਜਾਂਦਾ ਹੈ। ਫਿਰ ਦੂਸਰੇ ਰੂਪ ਵਿੱਚ ਫਸ ਜਾਂਦਾ। ਪਹਿਲੋਂ ਪਰਿਵਾਰ ਵਿੱਚ ਫਸਿਆ ਸੀ, ਹੁਣ ਆਸ਼ਰਮ 'ਚ ਫਸ ਗਿਆ ਹੈ। ਪਹਿਲੋਂ ਬੱਚਿਆਂ 'ਚ ਫਸਿਆ ਸੀ, ਹੁਣ ਚੇਲਿਆਂ 'ਚ ਫਸ ਗਿਆ। ਇਸ ਚਿੱਤ ਨੇ ਫਸਣਾ ਹੀ ਫਸਣਾ। ਇਹਨੇ ਕੋਈ ਨਾ ਕੋਈ ਇੱਧਰੋਂ ਉੱਧਰੋਂ ਬਹਾਨਾ ਲੱਭ ਕੇ ਨਾ ਮਨ ਨੇ ਸੋਚਣਾ ਵੀ ਰੱਬ ਦੇ ਰਾਹ ਨਾ ਤੁਰੇ। ਇਹਨੂੰ ਕੋਈ ਇਹੋ ਜਿਹਾ ਤੂੰ ਰੁੱਖ ਲਾ ਦੇ, ਐ ਨੂੰ ਤੂੰ ਦਰਿਆ ਟੁੱਟ ਗਿਆ, ਬੰਨ੍ਹ ਬੰਨ੍ਹਿਆ। ਇਹਨੇ ਕਹਿ ਦੇਣਾ ਅੰਦਰੋਂ, ਆਸ਼ਰਮ 'ਚੋਂ ਬਾਹਰ ਕੱਢ ਦੇਣਾ ਇਹਨੇ। ਜਿੱਥੇ ਸਾਧੂ ਬੈਠਾ ਨਾ, ਅਬਨਾਸੀ ਸੁਖ ਆਪਣੇ ਆਸਣ, ਇਹਨੇ ਉਹਦਾ ਆਸਣ ਦਾ ਤਿਆਗ ਕਰਾਉਣਾ। ਤੂੰ ਯਾਤਰਾ 'ਤੇ ਜਾਇਆ। ਹਾਂਜੀ, ਮਨ ਦੇ ਕੋਲ ਬੜਾ ਕੁਝ ਵਾ ਸਾਨੂੰ ਭਟਕਾਉਣ ਦਾ। ਹੇਮਕੁੰਟ ਲੋਕੀ ਜਾਂਦੇ ਨੇ, ਤੂੰ ਹੇਮਕੁੰਟ ਜਾਇਆ। ਹਜ਼ੂਰ ਸਾਹਿਬ ਗੁਰੂ ਗੋਬਿੰਦ ਸਿੰਘ ਡੀਕਦੇ ਨੇ, ਤੂੰ ਉੱਥੇ ਜਾਇਆ। ਇਹਨੇ ਬੜਾ ਕੁਝ ਕਹਿਣਾ। ਇਹਨੇ ਧਰਮ ਤੋਂ, ਰੱਬ ਦੇ ਰਾਹ ਤੋਂ ਪਰਾਂ ਖੜਨ ਵਾਸਤੇ ਨਹੀਂ ਇਸਦਾ ਕੋਈ ਬੜਾ ਕੁਝ ਇਹਦੇ ਕੋਲ ਸਾਜੋ ਸਮਾਨ ਹੈ। ਬੈਰਾਗੀ ਬੰਧਨ ਕਰੇ। ਜਿਹੜੇ ਛੱਡ ਕੇ ਗਏ ਸੀ ਉਹ ਵੀ ਬੰਧਨਾਂ 'ਚ ਪਏ ਹੋਏ ਨੇ। ਤਾਂ ਕੋ ਵੱਡੋ ਅਭਾਗ, ਬੜੀ ਮਾੜੀ ਕਿਸਮਤ ਆ ਫਿਰ ਜੇ ਘਰ ਬਾਹਰ ਛੱਡ ਦਿੱਤਾ, ਮੋਹ ਨਹੀਂ ਛੁੱਟਿਆ ਸੰਸਾਰ ਦਾ, ਤੇ ਫਿਰ ਤੇ ਇਹ ਤੇ ਬੜੀ ਭੈੜੀ ਚੀਜ਼ ਆ। ਮਾਇਆ ਮੇ ਦੋਵੇਂ ਗਏ ਨਾ ਰਾਮ ਮਿਲਿਓ। ਆਂਦੇ ਨੇ ਦੁਬਦਾ ਮੈਂ ਦੋਵੇਂ ਗਏ। ਕਿਸੇ ਨੇ ਲਿਖਿਆ, ਦੁਬਦਾ ਮੈਂ ਦੋਏ ਗਏ ਨਾ ਮਾਇਆ ਮਿਲੀ ਨਾ ਭਗਵਾਨ। ਮਾਇਆ ਦਾ ਤਿਆਗ ਕੀਤਾ ਸੀ, ਭਗਵਾਨ ਦਾ ਮਿਲਣ ਨਹੀਂ ਹੋਇਆ, ਅਤੇ ਹੁਣ ਦੋਵੇਂ ਪਾਸੇ ਜੋਗਾ ਨਹੀਂ ਰਿਹਾ। ਜਿਹਨੂੰ ਕਹਿੰਦੇ ਨੇ ਸੱਚੇ ਬਾਦਸ਼ਾਹ ਕਹਿੰਦੇ ਨੇ ਕਿ ਲੋਕ ਗਇਓ ਪਰਲੋਕ ਗਵਾਇਓ। ਕਹਾਂ ਪਏ ਜੋ ਲੋਚਨ ਮੂੰਦ ਕੇ ਬੈਠ ਰਹੇ ਹੋ ਬਕ ਧਿਆਨ ਲਗਾਇਓ। ਦੋਵੇਂ ਗਏ। ਚਲੋ ਸੰਸਾਰੀ ਬੰਦੇ ਦਾ ਲੋਕ ਰਹਿ ਸਕਦਾ, ਉਹ ਆਪਣਾ ਕੋਈ
ਪੈਸਾ ਇਕੱਠਾ ਕਰ ਸਕਦਾ, ਕੋਈ ਸਾਜੋ ਸਮਾਨ, ਕੋਠੀਆਂ ਪਾ ਸਕਦਾ ਹੈ। ਅਤੇ ਜਿਹਦੇ ਕੋਲ ਇਹ ਵੀ ਨਹੀਂ ਗਾ ਅਤੇ ਉਹਦੇ ਕੋਲ ਭਗਵਾਨ ਵੀ ਨਹੀਂ ਆ, ਧਰਮ ਵੀ ਨਹੀਂ ਕਮਾ ਸਕਿਆ ਉਹ, ਅਤੇ ਫਿਰ ਉਹਦੇ ਦੋਵੇਂ ਗਏ। ਲੋਕ ਤਾਂ ਗਿਆ ਹੈ ਪਰ ਲੋਕ ਦਾ ਕੁਛ ਨਹੀਂ ਪੱਲੇ ਪਿਆ। ਇੱਕ ਸਾਖੀ ਆਉਂਦੀ ਆ, 10ਵੇਂ ਪਾਤਸ਼ਾਹ ਦੇ ਕੋਲ ਕੋਈ ਗਿਆ, ਅਨੰਦਪੁਰ ਰਿਹਾ ਥੋੜ੍ਹੇ ਦਿਨ, ਬੜੇ ਮੌਜ, ਬੜਾ ਆਨੰਦ। ਜਿਸ ਮਿਲੇ ਮਨ ਹੋਏ ਆਨੰਦ, ਸੋ ਸਤਿਗੁਰੂ ਕਹੀਏ। ਬੰਦਾ ਘਰ ਦੇ ਵਿੱਚ ਰਹਿੰਦਿਆਂ ਪਰੇਸ਼ਾਨੀਆਂ ਵਿੱਚ ਰਹਿੰਦਾ ਹੈ, ਦੁਖੀ ਰਹਿੰਦਾ ਹੈ। ਇਹ ਜਦੋਂ ਫਿਰ ਸਾਧੂ ਮਹਾਤਮਾ ਦੇ ਡੇਰਿਆਂ 'ਤੇ ਜਾਂਦੇ ਨੇ, ਕੁਝ ਨਾ ਕੁਝ ਰਹਿਤ ਜੀ ਮਿਲਦੀ, ਇਹਦਾ ਮਨ ਕੁਝ ਨਾ ਕੁਝ ਤ੍ਰਿਸ਼ਨਾ ਦੀ ਅੱਗ ਤੋਂ, ਵਿਕਾਰਾਂ ਦੀ ਅੱਗ ਤੋਂ ਥੋੜ੍ਹੀ ਜਿਹੀ ਪਰਾਂ ਜਾ ਕੇ ਠੰਡਕ ਮਹਿਸੂਸ ਕਰਦਾ ਹੈ। ਤਾਂਹੀਓ ਤਾਂ ਅੱਜ ਜਿਹੜੇ ਟੁੱਟੇ ਫੁੱਟੇ ਸਾਧੂ ਮਹਾਤਮਾ ਨੇ, ਟੁੱਟੇ ਫੁੱਟੇ, ਉਹਨਾਂ ਦੇ ਡੇਰਿਆਂ 'ਤੇ ਕਿਉਂ ਭੀੜ ਲੱਗੀ ਹੋਈ ਹੈ? ਦੁਨੀਆ ਦੁਖੀ ਆ, ਦੁਨੀਆ 'ਤੇ ਰਾਤ ਵੀ ਨਹੀਂ ਚੈਨ ਆਉਂਦਾ, ਦੁਨੀਆ 'ਤੇ ਰਾਤ ਵੀ ਨਹੀਂ ਸੌਂਦੀ, ਤੜਫ ਰਹੀ ਦੁਨੀਆ। ਮਨ ਦੇ ਅੰਦਰ ਕਲੇਸ਼ ਵੜ ਚੁੱਕਾ ਹੈ, ਮਨ ਦੇ ਅੰਦਰ ਕ੍ਰੋਧ ਵੜ ਚੁੱਕਾ ਹੈ, ਮਨ ਵਾਸ਼ਨਾ ਨਾਲ ਭਰਿਆ ਪਿਆ। ਉਹ ਦੁੱਖ ਦਿੰਦਾ ਹੈ। ਉਹ ਜਿਹੜਾ ਅੰਦਰ ਗੰਦ ਭਰ ਚੁੱਕਾ ਹੈ ਨਾ, ਤ੍ਰਿਸ਼ਨਾ ਦੀ ਅੱਗ ਜਿਹੜੀ ਭਰ ਚੁੱਕੀ ਆ, ਜਾਂ ਕ੍ਰੋਧ ਦੀ ਅਗਨੀ ਭਰ ਚੁੱਕੀ ਆ, ਉਹ ਹੁਣ ਚੈਨ ਨਾਲ ਸੌਣ ਨਹੀਂ ਦਿੰਦੀ, ਬਹਿਣ ਨਹੀਂ ਦਿੰਦੀ। ਅਤੇ ਤਾਈਓ ਫਿਰ ਇੱਦਾਂ ਦੇ ਭਟਕਦੇ ਹੋਏ ਲੋਕ ਫਿਰ ਡੇਰਿਆਂ 'ਤੇ ਜਾ ਕੇ ਥੋੜ੍ਹੀ ਜਿਹੀ ਰਾਹਤ ਮਹਿਸੂਸ ਕਰਦੇ ਨੇ, ਅਤੇ ਜਦੋਂ ਫਿਰ ਵਾਪਸ ਆਉਂਦੇ ਨੇ ਫਿਰ ਉਹ ਕੁਛ ਹੋ ਜਾਂਦਾ ਹੈ। ਕਿਉਂਕਿ ਉਹ ਜਿਹੜੀਆਂ ਬੁਰਾਈਆਂ ਮਨ 'ਚ ਪਈਆਂ ਸੀ, ਉਹ ਮਿੱਟੀਆਂ ਨਹੀਂ, ਉਹ ਛਿਪੀਆਂ ਨੇ, ਉਹ ਫਿਰ ਪ੍ਰਗਟ ਹੋ ਜਾਣੀਆਂ ਨੇ। ਮੈਂ ਸਮਝਿਓ ਮਨ ਮਰ ਗਿਓ, ਮਨ ਤੋਂ ਮਰਿਓ ਨਾਹੀਂ, ਵਰਖਾ ਹੋਈ ਕੁਸੰਗ ਦੀ, ਦਾਦਰ ਪਏ ਜੋ ਬਿਲ ਲਾਹੇ। ਅੱਜ ਸੁੱਕੇ ਵਾਹਣ ਪਏ ਆ ਨਾ ਹੁਣ ਜੇਠ ਹਾੜ 'ਚ, ਅਤੇ ਅਸੀਂ ਸੋਚਣਾ ਵੀ ਇੱਥੇ ਡੱਡੂ ਨਹੀਂ ਹੈਗੇ, ਪਰ ਜਿੱਦਣ ਮੀਂਹ ਪੈਣਾ ਗੁੜਾਇਆ ਗੁੜਾਇਆ ਕਰ ਦਿਓ, ਖੱਟੇ ਜਿਹੇ ਡੱਡੂ ਪਤਾ ਨਹੀਂ ਕਿੱਥੋਂ ਨਿਕਲਦੇ ਨੇ। ਇਹੀ ਹਾਲਤ ਮਨ ਦੀ ਆ। ਬੰਦਾ ਥੋੜ੍ਹੀ ਜਿਹੀ ਰਹਿਤ ਮਹਿਸੂਸ ਕਰਦਾ ਹੈ ਧਰਮ ਸਥਾਨਾਂ 'ਤੇ ਜਾ ਕੇ, ਅਤੇ ਸੋਚਦਾ ਵੀ ਸ਼ਾਇਦ ਹੁਣ ਉਹ ਬੁਰਾਈਆਂ ਮੇਰੀ ਜ਼ਿੰਦਗੀ 'ਚ ਨਹੀਂ ਹੋਣਗੀਆਂ। ਅਤੇ ਕੁਝ ਪਲਾਂ ਬਾਅਦ ਹੀ ਦੇਖਦਾ ਉਹ ਪਹਿਲਾਂ ਨਾਲੋਂ ਵੱਧ ਬੁਰਾਈਆਂ ਬੈਠੀਆਂ ਹੁੰਦੀਆਂ ਨੇ ਚਿੱਤ ਦੇ ਅੰਦਰ। ਵੱਡੀ ਕੌਮ ਵਸ ਭਾਗੇ ਨਹੀਂ, ਮੋਹਕਮ ਫੌਜ ਹਠਲੀ ਰੇ। ਉਹ ਫੌਜ ਵਾ ਕ੍ਰੋਧ, ਮੋਹ, ਹੰਕਾਰ, ਵਾਸ਼ਨਾ, ਉਹ ਵੱਡੀ ਫੌਜ ਆ, ਉਹ ਜਾਣੀ ਨਹੀਂ ਹੈ। ਇਹ ਕੋਈ ਪ੍ਰੇਮੀ ਅਨੰਦਪੁਰ ਸਾਹਿਬ ਗਿਆ ਅਤੇ ਕਹਿਣ ਲੱਗਾ, ਮਹਾਰਾਜ ਮੇਰਾ ਚਿੱਤ ਕਰਦਾ ਕਿ ਮੈਂ ਸਭ ਕੁਝ ਛੱਡ ਛਡਾ ਕੇ ਤੇ ਸਾਧੂ ਬਣ ਜਾਵਾਂ, ਪਰ ਇਸ ਤਰ੍ਹਾਂ ਦਾ ਨਾ ਹੋਵੇ ਜਿਸ ਤਰ੍ਹਾਂ ਦਾ ਬਾਣੀ ਕਹਿੰਦੀ ਕਿ ਆਪਦਾ ਦਾ ਮਾਰਿਆ ਗ੍ਰਹਿ ਤੇ ਨੱਸਦਾ। ਘਰ ਦੀ ਮਰ ਗਈ, ਘਰ ਦਾ ਦਿਵਾਲੀਆ ਨਿਕਲਿਆ, ਘਰ ਵਿੱਚ ਖਾਣ ਨੂੰ ਰੋਟੀ ਨਹੀਂ ਆ, ਭੁੱਖ ਵਾ, ਕਹਿੰਦੇ ਚਲੋ ਬਾਬੇ ਬਣ ਜਾਈਏ ਹੁਣ। ਇੱਦਾਂ ਦੇ ਜਿਹੜੇ ਬਾਬੇ ਹੁੰਦੇ ਨੇ, ਬੜੇ ਖਤਰਨਾਕ ਬਾਬੇ ਹੁੰਦੇ ਆ। ਹਾਂ, ਬਾਬਾ ਅਤਰ ਸਿੰਘ ਵਰਗੇ ਜਿਹੜੇ ਜਿਨ੍ਹਾਂ ਅੰਦਰ ਵਿਰਾਗ ਪੈਦਾ ਹੋਇਆ ਹੋਵੇ ਅਤੇ ਵਿਰਾਗ ਨੇ ਉਹਨਾਂ ਨੂੰ ਸਾਧੂ ਬਣਾਇਆ ਹੋਵੇ, ਉਹ ਸਾਧੂ ਪੂਜਣਯੋਗ ਹੁੰਦੇ ਨੇ। ਅਤੇ ਜਿਹੜਾ ਗੁਰਬਾਣੀ ਨੇ ਕਿਹਾ ਕਿ ਆਪਦਾ ਦਾ ਮਾਰਿਆ ਗ੍ਰਹਿ ਤੇ ਨੱਸਦਾ, ਆਪਦਾ ਦਾ, ਬਿਪਤਾ ਦਾ ਮਾਰਿਆ ਭਰਮ ਭਰਮ ਕਰ ਛੋੜ ਗਿਆ। ਹਾਂਜੀ, ਸਤਿਗੁਰ ਪੁਰਖ ਜੇ ਮਾਰਿਆ ਪਰਮ ਪਰਮਿਆ ਕਰ ਛੋੜ ਗਿਆ। ਜਿਹੜਾ ਗੁਰੂ ਅਮਰਦਾਸ ਨੇ ਜਿਸ ਤਪੇ ਨੂੰ ਸਰਾਫ ਦਿੱਤਾ ਸੀ ਨਾ, ਗੁਰੂ ਰਾਮਦਾਸ ਸੋਢੀ ਪਾਤਸ਼ਾਹ ਕਹਿੰਦੇ ਨੇ, ਸਤਿਗੁਰ ਪੁਰਖ ਜੇ ਮਾਰਿਆ ਪਰਮ ਪਰਮਿਆ ਕਰ ਛੋੜ ਗਿਆ। ਉਹ ਸ਼ਦਾਈ ਹੋ ਗਿਆ, ਘਰ ਛੱਡ ਕੇ ਭੱਜ ਗਿਆ। ਤਿਸ ਪਿੱਛੇ ਵੱਜੇ ਫੱਕੜੀ, ਉਹਦੇ ਪਿੱਛੇ ਲੋਕੀ ਤਾੜੀਆਂ ਮਾਰਦੇ, ਉਹ ਗਲੀਆਂ 'ਚ ਪਾਗਲਾਂ ਵਾਂਗੂ ਭੱਜਾ ਫਿਰਦਾ, ਅਤੇ ਲੋਕੀ ਪਿੱਛੇ ਫੱਕੜੀ ਤਾੜੀਆਂ ਮਾਰਦੇ ਨੇ। ਉਸ ਪਿੱਛੇ ਵੱਜੇ ਫੱਕੜੀ, ਮੂੰਹ ਕਾਲਾ ਅੱਗੇ ਪਿਆ, ਨਿਤ ਝਈਆਂ ਸੁੱਡੇ, ਨਿਤ ਝਈਆਂ ਪਾਏ ਝੱਗੂ ਨਿਤ ਸੁੱਟੇ, ਚੱਖਦਾ ਚੱਖਦਾ ਚੜ੍ਹ ਮੁਆ।
ਕੋਈ ਆਪਦਾ ਦਾ ਮਾਰਿਆ ਸਾਧੂ ਬਣ ਗਿਆ ਤੇ ਉਹਨੂੰ ਕੋਈ ਬਹੁਤੀ ਵੱਡੀ ਕਾਮਯਾਬੀ ਨਹੀਂ ਹੋ ਸਕਣੀ। ਹੋ ਸਕਦਾ ਕਾਮਯਾਬ ਹੋ ਵੀ ਜਾਵੇ, ਕਈ ਹੋਏ ਨੇ ਵਾਲਮੀਕ ਵਰਗੇ, ਮੁਸ਼ਕਿਲ ਬਣੀ ਤੇ ਸਾਧੂ ਬਣ ਗਏ। ਸਾਧੂਆਂ ਨੇ ਸਾਧੂ ਬਣਾ ਦਿੱਤਾ ਨਾ। ਅਜੈਮਲ ਤੇ ਬਿਪਤਾ ਬਣੀ। ਕਈ ਵਾਰੀ ਬਿਪਤਾ ਵੀ ਜਿਹੜੀ ਹੈ ਨਾ, ਇਹ ਜੋ ਕੁਝ ਜ਼ਿੰਦਗੀ 'ਚ ਸਿਖਾ ਜਾਂਦੀ ਉਹ ਕੋਈ ਧਰਮ ਗ੍ਰੰਥ ਨਹੀਂ ਸਿਖਾ ਸਕਦਾ। ਜਿਹੜਾ ਗਿਆਨ ਬੰਦੇ ਨੂੰ ਖੁਦ ਦੇ ਘਟਨਾ ਵਿੱਚੋਂ ਗਿਆਨ ਮਿਲਦਾ, ਕਿਸੇ ਦੁਨੀਆ ਦੇ ਗ੍ਰੰਥ ਵਿੱਚੋਂ ਗਿਆਨ ਨਹੀਂ ਮਿਲਦਾ। ਕੋਈ ਕਿਸੇ ਨੂੰ ਸਮਝਾਵੇ ਇਹ ਕੰਮ ਤੂੰ ਇੱਦਾਂ ਨਾ ਕਰੀ, ਤੂੰ ਧੋਖਾ ਖਾ ਜਾਣਾ ਹੀ। ਅੱਜ ਕੱਲ੍ਹ ਕੋਈ ਨਹੀਂ ਕਿਸੇ ਦਾ, ਸਭ ਧੋਖਾ ਦੇ ਜਾਂਦੇ ਨੇ। ਹੋ ਸਕਦਾ ਕੋਈ ਆਖੇ ਨਾ ਲੱਗੇ, ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿੱਤ ਨ ਰਹਿਓ ਕੋਈ, ਭਾਈ ਬੰਦੀ ਹੇਤ ਚੁਕਾਇਆ, ਕੋਈ ਪਿਆਰ ਨਹੀਂ ਭਰਾ ਭਰਾ ਦਾ, ਸਭ ਖਤਮ ਹੋਈ ਪਈ ਕਹਾਣੀ। ਇੱਦਾਂ ਕੋਈ ਸਮਝਾਓ ਤੇ ਨਾ ਸਮਝੇ, ਤੇ ਕੋਈ ਕਿਸੇ 'ਤੇ ਭਰੋਸਾ ਕਰਕੇ ਆਪਣੀ ਇਮਾਨਤ ਉਸ ਨੂੰ ਦੇ ਦੇ, ਤੇ ਜਦੋਂ ਵਾਪਸ ਮੰਗੇਗਾ ਉਹ ਨਹੀਂ ਮਿਲੇਗੀ, ਧੋਖਾ ਖਾ ਜਾਏਗਾ। ਇਹ ਫਿਰ ਧੋਖਾ ਉਹਨੂੰ ਜ਼ਿੰਦਗੀ ਵਿੱਚ ਫਿਰ ਆਉਣ ਵਾਲੇ ਸਮੇਂ ਵਾਸਤੇ ਸੁਚੇਤ ਕਰ ਦੇਗਾ। ਉਹਦੀ ਜ਼ਿੰਦਗੀ ਦੀ ਵਾਪਰੀ ਹੋਈ ਘਟਨਾ ਉਸ ਨੂੰ ਬੜਾ ਸੁਚੇਤ ਰੱਖੇਗੀ। ਉਹ ਫਿਰ ਦੂਸਰੇ ਥਾਂ 'ਤੇ ਭਰੋਸਾ ਕਰੇਗਾ, ਫਿਰ ਧੋਖਾ ਖਾਏਗਾ, ਫਿਰ ਇਹ ਬੜੇ ਬੜੇ ਧੋਖੇ ਖਾ ਕੇ ਤੇ ਫਿਰ ਹੀ ਬੰਦਾ ਸੁਧਰਦਾ ਹੈ। ਗ੍ਰੰਥਾਂ ਨੂੰ ਪੜ੍ਹ ਕੇ, ਮਹਾਂਪੁਰਖਾਂ ਦੇ ਬਚਨਾਂ ਨੂੰ ਸੁਣ ਕੇ ਇੰਨਾ ਭਰੋਸਾ ਨਹੀਂ ਦ੍ਰਿੜ ਹੁੰਦਾ ਜਿੰਨਾ ਧੋਖਾ ਖਾ ਕੇ ਭਰੋਸਾ ਦ੍ਰਿੜ ਹੁੰਦਾ ਹੈ। ਮੈਂ ਕਹਿ ਰਿਹਾ ਸੀ ਕਿ ਉਹ ਪ੍ਰੇਮੀ ਕੋਈ ਗਿਆ 10ਵੇਂ ਪਾਤਸ਼ਾਹ ਦੇ ਕੋਲ ਅਨੰਦਪੁਰ ਸਾਹਿਬ, ਤੇ ਕਹਿਣ ਲੱਗਾ ਮਹਾਰਾਜ ਮੇਰਾ ਜੀ ਕਰਦਾ ਕਿ ਮੈਂ ਸਾਧੂ ਬਣ ਜਾਵਾਂ। ਬੜਾ ਆਨੰਦ ਵਾ। ਆਂਦੇ ਨਾ ਕੋਈ ਸਾਧੂ ਤੁਰੇ ਜਾਂਦੇ ਸੀ ਤੇ ਜੱਟ ਕੋਈ ਹਲ ਵਾਹੁਣ ਦਿਆ, ਤੇ ਉਹਨੇ ਆਖਿਆ ਯਾਰ ਵੇ ਕਿੱਡੀ ਮੌਜ, ਕਿੱਦਾਂ ਆਨੰਦ ਭਜਨ ਕਰਦੇ ਜਾਣਦਾ। ਤੇ ਭਾਦੋਂ ਦਾ ਚਮਾਸਾ ਲੱਗਾ, ਤੇ ਸਾਹਮਣੇ ਸਾਧੂ ਤੁਰੇ ਜਾਂਦੇ ਤੇ ਜੱਟ ਹਲ ਵਾਹੁਣ ਦਿਆਂ। ਉਹਨੇ ਆਖਿਆ ਸਾਧ ਬਣ ਜਾਣਾ ਆਪਾਂ। ਬੱਚਾ ਮੁੰਡਾ ਉਹਦਾ ਘਰੋਂ ਰੋਟੀ ਲੈ ਕੇ ਆਇਆ ਤੇ ਕਹਿਣ ਲੱਗਾ ਜਾ ਮੁੰਡਿਆ ਲੈ ਜਾ ਬੌਲਦ ਘਰ ਨੂੰ। ਆਪਣੀ ਮਾਂ ਨੂੰ ਆਖਦੀ ਪਾਪਾ ਮੇਰਾ ਸਾਧ ਹੋ ਗਿਆ। ਉਹ ਬੌਲਦ ਲੈ ਕੇ ਤੁਰ ਗਿਆ, ਉਹ ਜੱਟ ਸਾਧ ਹੋ ਗਿਆ। ਤੁਰਿਆ ਤੁਰਿਆ ਗਿਆ, ਦੁਪਹਿਰਾਂ ਹੋ ਗਈਆਂ ਤੇ ਪਿੰਡ ਆਇਆ ਤੇ ਇੱਕ ਕਹਿੰਦਾ ਚਲੋ ਇੱਥੇ ਰੋਟੀ ਮੰਗ ਕੇ ਖਾ ਲੈਂਦੇ ਹਾਂ। ਇੱਕ ਦੇ ਘਰ ਗਿਆ, ਉਹਨੇ ਦਿੱਤੀ ਨਾ। ਦੂਸਰੇ ਘਰ ਮੰਗਣ ਗਿਆ, ਉਹਨੇ ਨਾ ਦਿੱਤੀ। ਜਦੋਂ ਅਗਲੇ ਘਰ ਗਿਆ ਤਾਂ ਉੱਥੇ ਮਾਈ ਰੋਟੀ ਪਕਾਉਣ ਦੀ, ਤੰਦੂਰ 'ਤੇ ਰੋਟੀਆਂ ਲਾਉਣ ਦੀ ਵਾਹਵਾ ਲਾ ਕੇ ਰੱਖੀਆਂ। ਉਹਨੂੰ ਕਹਿੰਦਾ ਮਾਤਾ ਜੀ ਇਹ ਪ੍ਰਸ਼ਾਦਾ ਛਕਾਓਗੇ? ਮੰਗਣ ਦਾ ਕੋਈ ਤਰੀਕਾ ਹੁੰਦਾ ਹੈ। ਕਹਿਣ ਲੱਗੀ ਤੇਰੇ ਵਿਹਲੜਾਂ ਵਾਸਤੇ ਨਹੀਂ ਪਕਾਉਣ ਦਈ ਮੈਂ। ਅਤੇ ਅੱਗੇ ਉਹ ਕਹਿੰਦਾ ਇਹ ਜੇ ਕੋਈ ਮਕਾਨ ਆਉਣੀ ਤੇਰੇ ਘਰ 'ਚ, ਕੋਈ ਮਕਾਨ ਨੂੰ ਛਕਾਉਣੀ ਤੂੰ? ਉਹਨੇ ਫੜਿਆ ਡੰਡਾ, ਕਹਿੰਦੀ ਖਲੋ ਜਾ ਤੂੰ। ਮਾਈ ਪਿੱਛੇ ਪਿੱਛੇ, ਸਾਧ ਅੱਗੇ ਅੱਗੇ। ਜੱਟ ਸਾਧ ਬਣਿਆ ਜਿਹੜਾ ਨਵਾਂ ਪਿੰਡੋਂ ਬਾਹਰ ਹੋ ਗਿਆ। ਅਤੇ ਅੱਗਿਓਂ ਕੋਈ ਮਾਈ ਤੁਰੀ ਆਵੇ ਅਤੇ ਉਹ ਕਹਿੰਦੀ ਉਹ ਬੁੜ ਕਰਦਾ ਜਾਵੇ। ਸਾਧ ਕਹਿਣ ਲੱਗੀ ਮਹਾਤਮਾ ਜੀ ਕੀ ਹੋਇਆ? ਬਾਬਾ ਜੀ ਕੀ ਗੱਲ ਹੋ ਗਈ? ਇੱਦਾਂ ਮਾਈ ਨੇ ਇਹ ਭਜਾਤਾ ਮੈਨੂੰ ਤਾਂ। ਉਹ ਮਾਈ ਕਹਿਣ ਲੱਗੀ ਕੋਈ ਗੱਲ ਨਹੀਂ, ਆਓ ਤੁਹਾਨੂੰ ਮੈਂ ਰੋਟੀਆਂ 2 ਛਕਾ ਦਿੰਦੀ। ਘਰ ਲੈ ਗਈ ਮਾਈ ਨੇ ਰੋਟੀਆਂ ਛਕਾਈਆਂ। ਉਸ ਸਮੇਂ ਰੋਟੀਆਂ ਹੁੰਦੀਆਂ ਸੀ ਮੱਕੀ ਦੀਆਂ, ਸਾਗ ਅਤੇ ਲੱਸੀ। ਆਨੰਦ ਵੱਜ ਗਿਆ ਜੱਟ ਸਾਧ ਨੂੰ। ਇਹ ਚੰਗਾ ਮਾਤਾ ਜੀ, ਜੋਗੀ ਚੱਲਦੇ ਭਲੇ ਤੁਸੀਂ ਵਸਦੇ ਭਲੇ। ਇਹ ਪਹਿਲੇ ਦਿਨ ਹੀ ਜੋਗੀ ਬਣ ਗਿਆ। ਇਹ ਵਸਦੇ ਭਲੇ ਤੁਸੀਂ, ਅਸੀਂ ਚੱਲਦੇ ਭਲੇ ਜੋਗੀ। ਕਹਿ ਲੱਗੀ ਜੋ ਮਹਾਤਮਾ ਜੀ ਕੋਈ ਅਰਦਾਸ ਕਰ ਜਿਓ, ਪ੍ਰਸ਼ਾਦਾ ਪਾਣੀ ਛਕਿਆ ਜੇ। ਹੁਣ ਜੱਟ ਸਾਧ ਸੀ, ਕਹਿਣ ਲੱਗਾ ਅਰਦਾਸ ਛੱਡ ਕੇ ਮੈਂ ਇੱਥੇ ਖੰਡ ਪਾਠ ਨਾ ਰੱਖ ਕੇ ਬਹਿ ਜਾ ਤੇਰੀਆਂ 2 ਰੋਟੀਆਂ ਵਾਸਤੇ। ਉਹ ਜਦੋਂ 10ਵੇਂ ਪਾਤਸ਼ਾਹ ਦੇ ਕੋਲ ਪ੍ਰੇਮੀ ਗਿਆ, ਕਹਿਣ ਲੱਗਾ ਮਹਾਰਾਜ ਮੇਰੀ ਇੱਛਾ ਕਿ ਮੈਂ ਸਾਧੂ ਬਣ ਜਾ, ਮੇਰਾ ਕੋਈ ਮਾਰਗ ਦਰਸ਼ਨ ਕਰੋ, ਮੈਨੂੰ ਦੱਸੋ।
ਕਹਿਣ ਲੱਗੇ ਦੋ ਮਾਰਗ ਵਾ, ਇੱਕ ਤਿਆਗੀ ਦਾ ਮਾਰਗ ਵਾ ਅਤੇ ਇੱਕ ਗ੍ਰਸਤੀ ਦਾ ਮਾਰਗ ਵਾ। ਜੇ ਤਿਆਗੀ ਵੀ ਆਪਣੇ ਮਾਰਗ 'ਤੇ ਸਹੀ ਰਵੇ ਅਤੇ ਉਹਦਾ ਵੀ ਜੀਵਨ ਸਫਲ ਹੋ ਜਾਂਦਾ। ਜਿੱਦਾਂ ਕੱਲ੍ਹ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਸੋ ਗਿਰਹੀ ਜੋ ਨਿਗਰੋ ਕਰੇ, ਜਪ ਤਪ ਸੰਜਮ ਭਿਖਿਆ ਕਰੇ, ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰਹੀ ਗੰਗਾ ਕਾ ਨੀਰ। ਜੋਗੀ ਆਪਣੇ ਅਸੂਲਾਂ 'ਤੇ ਰਹੇ, ਜੋਗੀ ਕਾ ਜਤ ਹੋਏ, ਜੋ ਜੋਗੀ ਜਤ ਬਾਹਰਾ, ਤਪ ਨਹੀਂ ਤਪ ਸੰਤੋਖ। ਕਹਿਣ ਲੱਗੇ, ਦਸਵੇਂ ਪਾਤਸ਼ਾਹ ਕਹਿਣ ਲੱਗੇ, ਭਾਈ ਦੋਵਾਂ ਦੇ ਅਸੂਲ ਨੇ, ਤੈਨੂੰ ਦੋਵਾਂ ਦੇ ਅਸੂਲ ਦੱਸ ਦਿੰਦੇ ਆ, ਜਿਹੜਾ ਤੂੰ ਅਪਣਾਉਣਾ ਹੋਈ ਅਪਣਾ ਲਈ। ਕਹਿਣ ਲੱਗੇ, ਜੇ ਤੇ ਗ੍ਰਸਤੀ ਬਣਨਾ ਹੀ ਤੇ ਇੱਦਾਂ ਦਾ ਗ੍ਰਸਤੀ ਬਣੀ। ਮਹਾਰਾਜ ਨੇ ਇੱਕ ਉਹਨੂੰ ਕਹਾਣੀ ਸੁਣਾਈ ਵੀ ਕੋਈ ਘੁੱਗੀ ਸੀ ਅਤੇ ਨਾਲ ਉਹਦਾ ਘਰ ਵਾਲਾ, ਜਾਨੀ ਕਿ ਜੋੜਾ ਘੁੱਗੀ ਦਾ, ਘੁੱਗਾ ਨਾਲ। ਉਹ ਰੁੱਖ 'ਤੇ ਰਹਿੰਦੇ ਸੀ ਅਤੇ ਇੱਕ ਰਾਹੀ ਕੋਈ ਤੁਰਿਆ ਜਾਂਦਾ ਸੀ ਅਤੇ ਰਾਹੀ ਉਹਨਾਂ ਜਿਸ ਰੁੱਖ 'ਤੇ ਆਲ੍ਹਣਾ ਸੀ ਉੱਥੇ ਉਹਨੇ ਬੱਚੇ ਦਿੱਤੇ ਸੀ ਅਤੇ ਉਹ ਥੱਲੇ ਰੁਕ ਗਿਆ। ਉੱਤੇ ਹੁਣ ਦੋਵੇਂ ਉਹ ਰਹਿੰਦੇ ਨੇ, ਘੁੱਗੀ ਰਹਿੰਦੀ ਉਹਦੇ ਨਾਲ ਘਰ ਵਾਲਾ। ਉਹਨਾਂ ਸੋਚਿਆ ਵੀ ਇਹ ਕੋਈ ਰਾਹੀ ਪਾਂਧੀ ਆ ਅਤੇ ਸਾਡੇ ਘਰ ਮਹਿਮਾਨ ਆਇਆ, ਸਾਡੇ ਰੁੱਖ ਦੇ ਥੱਲੇ ਬੈਠਾ ਹੋਇਆ ਵਾ, ਅਤੇ ਸਾਨੂੰ ਇਹਦੇ ਕੋਈ ਸੇਵਾ ਦਾ ਪ੍ਰਬੰਧ ਕਰਨਾ ਚਾਹੀਦਾ, ਕਿਉਂਕਿ ਗ੍ਰਸਤੀ ਦਾ ਧਰਮ ਜਿਹੜਾ ਉਹ ਸੇਵਾ 'ਤੇ ਆ। ਅਥਿਤੀ ਦੇਖ ਨ ਦੇਵੇ ਦਾਨ, ਸੋ ਨਹੀਂ ਪਾਵੇ ਦਰਗੇ ਮਾਨ। ਗ੍ਰਸਤੀ ਦਾ ਜੀਵਨ ਤਾਂ ਹੀ ਸਫਲ ਹੋ ਸਕਦਾ ਹੈ, ਇਹ ਆਏ ਗਏ ਦੀ ਸੇਵਾ ਕਰੇ। ਸਾਧੂ ਮਹਾਤਮਾ ਜਪ ਤਪ ਦੇ ਨਾਲ ਆਪਣੇ ਆਪ ਨੂੰ ਪਵਿੱਤਰ ਕਰ ਲੈਂਦੇ ਨੇ, ਪਰ ਗ੍ਰਸਤੀ ਬੰਦਾ ਜਪ ਤਪ ਨਹੀਂ ਕਮਾ ਸਕਦਾ। ਇਹ ਸੇਵਾ ਭਾਵਨਾ ਦੇ ਨਾਲ ਹੀ ਆਪਣੇ ਗ੍ਰਹਿ ਨੂੰ ਪਵਿੱਤਰ ਕਰ ਸਕਦਾ ਹੈ। ਉਹਨਾਂ ਨੇ ਸੋਚਿਆ ਵੀ ਸਾਡੇ ਘਰ ਕੋਈ ਮਹਿਮਾਨ ਆਇਆ ਅਤੇ ਸਾਨੂੰ ਇਹਨਾਂ ਦੀ ਸੇਵਾ ਕਰਨੀ ਚਾਹੀਦੀ ਆ। ਉਹਨਾਂ ਸੋਚਿਆ ਵੀ ਹੁਣ ਇਹਦੇ ਖਾਣ ਦਾ ਪ੍ਰਬੰਧ ਕੀਤਾ ਜਾਵੇ, ਕੋਈ ਇਹਨੂੰ ਠੰਡ ਵੀ ਲੱਗੀ ਆ, ਇਹਦੀ ਠੰਡ ਦਾ ਵੀ ਪ੍ਰਬੰਧ ਕੀਤਾ ਜਾਵੇ। ਕਹਿੰਦੇ ਦੂਰ ਕਿਤੇ ਅੱਗ ਬਲਦੀ ਸੀ ਅਤੇ ਉੱਥੋਂ ਜਾ ਕੇ ਇੱਕ ਤੀਲਾ ਜਿਹਨੂੰ ਅੱਗ ਲੱਗੀ ਹੋਈ ਸੀ, ਉਹ ਘੁੱਗੀ ਜਾ ਕੇ ਲੈ ਆਈ ਅਤੇ ਜਿੱਥੇ ਰੁੱਖ ਥੱਲੇ ਉਹ ਬੈਠਾ ਸੀ ਬੰਦਾ, ਉੱਥੇ ਲਿਆਣ ਕੇ ਰੱਖ ਦਿੱਤੀ ਵੀ ਇਹ ਪੱਤੇ ਇਕੱਠੇ ਕਰਕੇ ਅਤੇ ਅੱਗ ਬਾਲ ਲੂ। ਉਹ ਕਹਿੰਦੇ ਉਹਨੇ ਪੱਤੇ ਇਕੱਠੇ ਕੀਤੇ, ਅੱਗ ਆ ਗਈ ਅਤੇ ਅੱਗ ਬਾਲ ਕੇ ਉਹਨੇ ਹੱਥ ਪੈਰ ਸੇਕੇ ਅਤੇ ਮੁੜ ਕੇ ਉਹਨਾਂ ਨੇ, ਘੁੱਗੀ ਨੇ ਸੋਚਿਆ ਵੀ ਹੁਣ ਅੱਗ ਤਾਂ ਬਾਲ ਲਈ ਹੈ ਅਤੇ ਪਰ ਇਹਦੀ ਭੁੱਖ ਥੋੜ੍ਹਾ ਅੱਗ ਨੇ ਦੂਰ ਕਰਨੀ ਹੈ। ਅੱਗ ਤੇ ਸਰੀਰ ਦੀ ਠੰਡ ਦੂਰ ਕਰੂਗੀ, ਪਰ ਅੱਗ ਦੇ ਨਾਲ ਭੁੱਖ ਥੋੜ੍ਹਾ ਖਤਮ ਹੋ ਜਾਣੀ ਹੈ। ਉਹ ਆਪਣੇ ਪਤੀ ਨੂੰ ਕਹਿਣ ਲੱਗੇ ਵੀ ਹੁਣ ਆਪਾਂ ਇਹਦੇ ਖਾਣੇ ਦਾ ਪ੍ਰਬੰਧ ਕਰੀਏ, ਕਿਉਂਕਿ ਗ੍ਰਸਤੀਆਂ ਆਪਾਂ ਅਤੇ ਗ੍ਰਸਤੀ ਦਾ ਧਰਮ ਸੇਵਾ ਵਾ। ਉਹਦਾ ਪਤੀ ਕਹਿਣ ਲੱਗਾ ਵੀ ਅੱਗ ਬਾਲ ਲਈ ਅਤੇ ਮੈਂ ਅੱਗ ਵਿੱਚ ਡਿੱਗ ਪੈਂਦਾ ਅਤੇ ਤੂੰ ਇਹ ਡਿੱਗ ਪੈਂਦਾ, ਇਹ ਮੈਂ ਭੁੱਜ ਜੂੰਗਾ ਅਤੇ ਖਾ ਲੂਗਾ, ਮੈਨੂੰ ਆਪੇ ਭੁੱਖ ਦੂਰ ਹੋ ਜੂ। ਉਹ ਕਹਿੰਦੇ ਉਹਦਾ ਪਤੀ ਡਿੱਗ ਪਿਆ, ਉਹ ਭੁੱਜ ਗਿਆ, ਉਹਨੇ ਖਾ ਲਿਆ। ਅਤੇ ਫਿਰ ਘੁੱਗੀ ਨੇ ਸੋਚਿਆ ਵੀ ਏਡਾ ਵੱਡਾ ਬੰਦਾ ਇੰਨੇ ਕੁ 200 ਗ੍ਰਾਮ ਮਾਸ ਨਾਲ ਕਿੱਥੋਂ ਇਹਦਾ ਢਿੱਡ ਭਰਿਆ ਆਊਗਾ। ਕਹਿੰਦੇ ਉਸਨੇ ਵੀ ਛਾਲ ਮਾਰ ਦਿੱਤੀ ਅੱਗ ਵਿੱਚ, ਉਹ ਵੀ ਭੁੱਜ ਗਈ, ਉਹ ਵੀ ਉਸਨੇ ਖਾ ਲਈ। ਕਹਿਣ ਲੱਗੇ ਜੇ ਤਾਂ ਬਣਨਾ ਹੀ ਗ੍ਰਸਤੀ ਅਤੇ ਫਿਰ ਇੱਦਾਂ ਸੇਵਾ ਦੇ ਵਿੱਚ ਤੱਤ ਪਾ ਰਹਿਣਾ, ਜਿਹੜੀ ਤੈਨੂੰ ਸਾਖੀ ਹੀ ਸੁਣਾ ਦਿੱਤੀ। ਸੇਵਾ ਕਹਿਣ ਲੱਗਾ ਫਿਰ ਮਹਾਰਾਜ ਗ੍ਰਸਤੀ 'ਤੇ ਬਣਨਾ, ਕੱਲ੍ਹ ਵੀ ਕਿਹਾ ਨਾ ਕਬੀਰ ਸਿੰਘ, ਕਬੀਰ ਜੋਗ ਰਹਿ ਕਰੇ ਤਾਂ ਧਰਮ ਘਰ, ਨਹੀਂ ਤਾਂ ਕਰ ਬੈਰਾਗ ਛੱਡ ਦੇ, ਫਿਰ ਨਹੀਂ ਤੂੰ ਸੇਵਾ ਕਰ ਸਕਦਾ। ਅਤੇ ਕਹਿਣ ਲੱਗੇ ਜੇ ਬਣਨਾ ਤੂੰ ਸਾਧੂ, ਦਸਵੇਂ ਪਾਤਸ਼ਾਹ ਉਸ ਨੂੰ ਇਹ ਸਾਖੀਆਂ ਸੁਣਾਉਂਦਾ, ਇਹਨੇ ਇਤਿਹਾਸ ਵਿੱਚ ਸਾਖੀ ਆ ਇਹ। ਜਿੱਦਾਂ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਨੇ ਆਖਿਆ ਨਾ, ਜੋ ਧਰਮ ਕਮਾਵੇ ਤਿਸ ਧਰਮ ਨਾ ਹੋਏ, ਪਾਪ ਕਮਾਣੇ ਪਾਪੀ ਜਾਣੀਏ। ਅੰਦਰ ਬਹਿ ਕੇ
ਕਰਮ ਕਮਾਵੇ ਸੋ ਚੌਂ ਕੁੰਟੀ ਜਾਣੀਏ। ਧਰਮ ਨੂੰ ਕਮਾਉਣਾ ਪੈਂਦਾ ਹੈ, ਧਰਮ ਵਿਖਾਉਣਾ ਨਹੀਂ ਪੈਂਦਾ। ਲੋਕ ਅੱਜ ਵਿਖਾ ਕੇ ਧਰਮੀ ਬਣਨਾ ਚਾਹੁੰਦੇ ਨੇ। ਮਾਲਾ ਪਾ ਕੇ ਉਹ ਕੱਲ੍ਹ ਹੀ ਇੱਕ ਦਿਖਾਉਂਦੇ ਆ ਕਵੀਸ਼ਰ ਮੋਰਾਂ ਵਾਲੀ ਆਪਣੇ ਸਰੀਰ ਉੱਤੇ ਜਿਹਨੇ ਹਥਿਆਰ ਬੱਧੇ ਹੋਏ ਨੇ, 2-3 ਕਿਰਪਾਨਾਂ, ਇੱਕ ਪਿਸਤੌਲ, ਇੱਕ ਹੋਰ ਕਬਜ਼ ਜਿਹਾ 7-8 ਇਹ ਸਿੰਘਾਂ ਦੇ ਹਥਿਆਰ ਜੀ ਹੈ। ਅਤੇ ਜਿਹਨੇ ਕਿਰਤ ਕਰਕੇ ਕਮਾ ਕੇ ਰੋਟੀ ਖਾਣੀ ਉਹ 10 ਹਥਿਆਰ ਸਰੀਰ ਨੂੰ ਬੰਨ੍ਹ ਲੂਗਾ। ਇਹ ਵਿਹਲੜਾਂ ਦੇ ਕੰਮ ਨੇ, ਸਾਰਿਆਂ ਨੂੰ ਵਿਗਾੜਦੇ ਨੇ ਵਿਹਲੜ ਲੋਕ ਜਿਹੜੇ ਨੇ। ਜਿਹਨੇ ਹੁਣ ਦਿਹਾੜੀ ਲਾਉਣੀ ਆ, 300 ਰੁਪਈਆ ਕਮਾਉਣਾ, ਉਹ 7 ਹਥਿਆਰ ਕਿਵੇਂ ਬੰਨ੍ਹ ਲੂਗਾ ਆਪਣੇ ਲੱਕ ਦੇ ਨਾਲ? ਅਤੇ ਉਹ ਲੱਖ ਰੁਪਈਏ ਦਾ ਪਿਸਤੌਲ ਕਿੱਥੋਂ ਖਰੀਦ ਕੇ ਲਿਆਊਗਾ? ਇਹ ਵਿਹਲੜ ਲੋਕ ਨੇ। ਅਤੇ ਨਾਲ ਤੁਕਾਂ ਪੜ੍ਹ ਦਿੰਦੇ ਨੇ, ਸ਼ਸਤਰਨ ਕੇ ਅਧੀਨ ਹੈ ਰਾਜ। ਉਹ ਸਮੇਂ ਲੱਦ ਗਏ ਨੇ ਜਦੋਂ ਸ਼ਸਤਰ ਅਧੀਨ ਰਾਜ ਸੀ, ਹੁਣ ਨਹੀਂ ਹੈ। ਹੁਣ ਵੋਟਾਂ ਦੇ ਅਧੀਨ ਹੈ ਰਾਜ। ਆਮ ਬੰਦਾ ਬਣ ਗਿਆ ਕਿ ਨਹੀਂ ਮੁੱਖ ਮੰਤਰੀ? ਸ਼ਸਤਰ ਨਾ ਬਣਿਆ, ਪਿਸਤੌਲ ਨਾ ਬਣਿਆ, ਡਾਂਗਾ ਨਾ ਬਣਿਆ, ਸੇਵਾ ਨਾ ਬਣ ਗਿਆ ਅਗਲਾ। ਇਹ ਸਾਡੇ ਅਜੇ ਵੀ ਤੁਕ ਪੜ੍ਹੀ ਜਾਂਦੇ, ਸ਼ਸਤਰਨ ਕੇ ਅਧੀਨ ਹੈ ਰਾਜ। ਉਹ ਨਹੀਂ ਸ਼ਸਤਰਨ ਦੇ ਅਧੀਨ ਰਾਜ, ਵੋਟਾਂ ਦੇ ਅਧੀਨ ਹੈ ਰਾਜ। ਬਣਾਇਆ ਕਿ ਨਹੀਂ ਹਿੰਦੂਆਂ ਨੇ ਅਸੀਂ ਮੋਦੀ ਨੂੰ? ਆਖੀ ਹੁਣ ਕੋਈ ਮੁੱਖ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਲਾ ਸਕੇ। ਇਹ ਸਾਡੇ ਅਜੇ ਵੀ ਪੁਰਾਣੀਆਂ ਸੋਚਾਂ ਲਈ ਫਿਰਦੇ ਨੇ। ਨਹੀਂ, ਧਰਮ ਕਮਾਉਣਾ ਪੈਂਦਾ ਹੈ। ਸੇਵਾ ਕਰਨੀ, ਸਿਮਰਨ ਕਰਨਾ, ਭਲਾ ਕਰਨਾ, ਦਾਨ ਪੁੰਨ ਕਰਨਾ, ਇਹਨੂੰ ਧਰਮ ਕਹਿੰਦੇ ਨੇ। ਅਤੇ ਸਾਡਾ ਧਰਮ ਤਾਂ ਬਾਹਰ ਕੱਪੜਿਆਂ 'ਤੇ ਰੁਕਿਆ ਹੋਇਆ ਵਾ। ਸਾਹਿਬ ਕਹਿੰਦੇ 10ਵੇਂ ਪਾਤਸ਼ਾਹ, ਹੁਣ ਸਾਖੀ ਲੰਮੀ ਨਾ ਹੋ ਜੇ, ਕਹਿੰਦੇ ਜੇ ਤਾਂ ਬਣਨਾ ਗ੍ਰਸਤੀ, ਇੱਦਾਂ ਬਣਨਾ, ਸੇਵਾ 'ਚ ਇੱਦਾਂ ਤੱਤਪਰ ਰਹਿਣਾ ਜਿਹੜੀ ਤੈਨੂੰ ਸਾਖੀ ਸੁਣਾ ਦਿੱਤੀ ਆ। ਅਤੇ ਜੇ ਬਣਨਾ ਤੂੰ ਸਾਧੂ ਮਹਾਤਮਾ, ਅਤੇ ਉਹਦੀ ਫਿਰ ਸਾਖੀ ਸਾਡੇ ਕੋਲ ਸੁਣ ਲਾ। ਕਿਉਂਕਿ ਬੰਦੇ ਦੀ ਆਪਣੀ ਮਤ ਨਿਰਣਾ ਨਹੀਂ ਲੈ ਸਕਦੀ। ਇਹ ਬਾਰ ਨਿਰਣੇ ਬਦਲੀ ਜਾਂਦੀ, ਮੈਂ ਜਾਵਾਂ ਕਿ ਨਾ ਜਾਵਾਂ, ਉਹ ਆਵੇ ਕਿ ਨਾ ਆਵੇ, ਕਰ ਲਾਂ ਕਿ ਨਾ ਕਰ ਲਾਂ। ਇਹ ਮਤ ਬਾਰ ਨਿਰਣੇ ਸਾਡੀ ਬਦਲੀ ਜਾਂਦੀ ਹੈ। ਉਹਨੂੰ ਦੇ ਦਾਂ ਕਿ ਨਾ ਦੇ ਦਾਂ, ਉਹਦੇ ਕੋਲ ਲੈ ਲਾਂ ਚੀਜ਼ ਕਿ ਨਾ ਲੈ ਲਾਂ, ਇਹ ਨਿਰਣੇ ਕਰੀ ਇੱਦਾਂ ਹੀ। ਉਹ ਕਹਿਣ ਲੱਗੇ ਫਿਰ ਕੋਈ ਬੰਦਾ ਸਾਧੂ ਬਣ ਗਿਆ, ਅਤੇ ਜਾ ਕੇ ਉਹਨੇ ਪਿੰਡ ਦੂਰ ਕਿਤੇ ਕੁਟੀਆ ਪਾ ਲਈ, ਅਤੇ ਉਹਦਾ ਭੋਜਨ ਪਾਣੀ ਆ ਜਾਂਦਾ ਸੀ, ਛਕ ਲੈਂਦਾ ਸੀ। ਉਹ ਕੋਈ ਨਾ ਕੋਈ ਪ੍ਰੇਮੀ ਦੇ ਜਾਂਦਾ ਸੀ। ਇੱਕ ਵਾਰੀ ਪਰਮੇਸ਼ਰ ਨੇ ਉਹਦੀ ਪਰਖ ਕਰਨ ਵਾਸਤੇ ਉਹਦਾ ਰੋਟੀ ਪਾਣੀ ਬੰਦ ਕਰ ਦਿੱਤਾ। ਜਿੱਥੇ ਰਹਿੰਦਾ ਸੀ ਉੱਥੇ ਰੋਟੀ ਪਾਣੀ ਉਹਦਾ ਬੰਦ ਕਰ ਦਿੱਤਾ। ਕਬੀਰ ਕਸੌਟੀ ਰਾਮ ਕੀ, ਰੱਬ ਵੀ ਬੜੀਆਂ ਕਸੌਟੀਆਂ ਲਾ ਦਿੰਦਾ ਏ। ਭਾਈ ਮੰਝ ਨੇ ਆਖਿਆ ਹੈ ਗੁਰੂ ਅਰਜਨ ਦੇਵ ਜੀ ਨੂੰ, ਮਹਾਰਾਜ ਐਡੀ ਵੱਡੀ ਕਸੌਟੀ ਨਾ ਰੱਖਿਓ ਗਾਂ, ਜਿਹੜੀ ਮੇਰੇ 'ਤੇ ਵਰਤ ਲਈ ਤੁਸਾਂ। ਕਲਯੁਗ ਦਾ ਸਮਾਂ, ਸਿੱਖਾਂ ਕੋ ਸਿੱਖੀ ਨਹੀਂ ਕਮਾਈ ਜਾਣੀ, ਅਤੇ ਤੁਸਾਂ ਕਸੌਟੀ ਬਹੁਤ ਵੱਡੀ ਰੱਖੀ ਹੋਈ ਜੇ, ਛੋਟੀ ਕਰ ਦਿਓ ਕਸੌਟੀ। ਕਬੀਰ ਕਸੌਟੀ ਰਾਮ ਕੀ, ਝੂਠ ਅੱਡ ਕੇ ਨਾ ਕੋਈ। ਕਹਿਣ ਲੱਗੇ ਹਫ਼ਤਾ ਹੋ ਗਿਆ ਉਹਨੂੰ ਰੋਟੀ ਪਾਣੀ ਕੋਈ ਨਾ ਗਿਆ। ਅਤੇ ਉਹਨੇ ਸੋਚਿਆ ਵੀ ਰੱਬ ਨੇ ਹੱਥ ਪੈਰ ਦਿੱਤੇ ਲਾਗੇ ਪਿੰਡ, ਚੱਲ ਮੰਗ ਕੇ ਖਾ ਲੈਂਦੇ ਹਾਂ। ਉਹ ਮੰਗ ਕੇ ਖਾਣ ਗਿਆ ਅਤੇ ਕਿਸੇ ਦੇ ਘਰ ਕੋਈ ਪ੍ਰੋਗਰਾਮ ਸੀ ਖੁਸ਼ੀ ਦਾ। ਉਹਨੇ ਆਖਿਆ ਚੱਲ ਇੱਥੋਂ ਲੈ ਲੈਂਦੇ, ਨਾਲੇ ਸਵਾਦਲਾ ਭੋਜਨ ਹੋਏਗਾ, ਨਾਲੇ ਇੱਕ ਥਾਂ ਮਿਲ ਜਾਏਗਾ। ਉਹ ਜਦੋਂ ਉੱਥੇ ਗਿਆ ਤਾਂ ਉਹਨਾਂ ਨੇ ਛਕੀ ਛਕਾਈ ਸੀ, 14ਵਾਂ ਰਤਨ। ਉਹਨੇ ਡੰਡੇ ਮਾਰ ਕੇ ਭਜਾਤਾ, ਭਾਈ ਦਾ ਹੰਡਿਆ ਕੱਟਿਆ ਤੇਰੇ ਕੋਲ ਕਮਾ ਕੇ ਨਹੀਂ ਖਾਧਾ ਜਾਂਦਾ, ਬਹਿ ਕੇ ਖਾਂਦੇ ਬਾਬੇ ਵੱਡੇ। ਜਿੱਦਾਂ ਛਕੀ ਹੋਵੇ ਇੱਦਾਂ ਬੋਲਦੇ ਆ। ਉਹ ਵਾਪਸ ਆ ਗਿਆ ਅਤੇ ਸ਼ਾਮਾਂ ਨੂੰ ਰੱਬ ਨੇ ਦੂਤ ਭੇਜੇ ਵੀ ਜਾਓ, ਉੱਥੇ ਸਾਧੂ ਬੈਠਾ, ਉਹਦਾ ਨਰਾਦਰ ਕੀਤਾ ਗਿਆ, ਅਤੇ ਉਹਨੂੰ ਪੁੱਛ ਕੇ ਆਓ ਕਿਹਨੇ ਕੀਤਾ, ਅਤੇ ਉਹ ਘਰ ਨੂੰ ਸਾੜ ਕੇ ਆਓ, ਪਿੰਡ ਸਾੜ ਕੇ ਆਓ। ਕਹਿੰਦੇ ਸ਼ਾਮਾਂ ਨੂੰ ਦੂਤ ਆ ਗਏ ਰੱਬ ਦੇ, ਅਤੇ ਉਹ ਸਾਧੂ ਨੂੰ ਕਹਿੰਦੇ ਵੀ ਸਾਨੂੰ ਰੱਬ ਨੇ ਭੇਜਿਆ ਵਾ। ਇਹ ਕਾਹਦੇ ਵਾਸਤੇ? ਕਹਿੰਦੇ ਆ ਤੁਸੀਂ ਅੱਜ ਪਿੰਡ ਗਏ ਸੀ ਅਤੇ ਤੁਹਾਡਾ ਪਿੰਡ ਵਾਲੇ ਨੇ ਨਰਾਦਰ ਕਰ ਦਿੱਤਾ ਵਾ, ਅਤੇ ਰੱਬ ਨੇ ਸਾਡੀ ਡਿਊਟੀ ਲਾਈ ਆ ਵੀ ਉਸ ਸਾਧੂ ਨੂੰ ਨਾਲ ਲੈ ਕੇ
ਉਹ ਘਰ ਫੂਕ ਕੇ ਆਓ ਜਿਹਨੇ ਉਹਦਾ ਨਰਾਦਰ ਕੀਤਾ, ਕਿਉਂਕਿ ਮੈਂ ਆਪਣੇ ਭਗਤਾਂ ਦਾ ਨਰਾਦਰ ਨਹੀਂ ਵੇਖ ਸਕਦਾ। ਹੋਰ ਤਾਂ ਮੈਂ ਕੁਝ ਜਰ ਸਕਦਾ ਹੈ। ਜੋ ਨਿੰਦਾ ਕਰੇ ਦਾਸ ਤੇਰੇ ਕੀ ਤਿਸ ਮਾਰ ਪਚਾਈ। ਹਾਂਜੀ, ਜਿਹੜਾ ਮੇਰੇ ਪਿਆਰੇ ਦਾ ਨਰਾਦਰ ਕਰ ਦਿੰਦਾ ਜਾਂ ਨਿੰਦਾ ਕਰ ਲੈਂਦਾ ਹੈ, ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ। ਜੋ ਜੋ ਤੇਰੇ ਭਗਤ ਦਿਖਾਵੇ ਉਹ ਤਤਕਾਲ ਤੁਮ ਮਾਰਾ। ਜਦੋਂ ਵੀ ਕਿਸੇ ਨੇ ਦਿਖਾਇਆ ਉਹਨੇ ਉਸੇ ਵੇਲੇ ਉਸ ਨੂੰ ਮਾਰ ਦਿੱਤਾ, ਤਾਂ ਕਿ ਗਾਂਹ ਹੋਰ ਨੂੰ ਨਾ ਕਿਤੇ ਦਿਖਾ ਸਕੇ। ਜੋ ਜੋ ਤੇਰੇ ਭਗਤ ਦਿਖਾਵੇ ਉਹ ਤਤਕਾਲ ਤੁਮ ਮਾਰਾ। ਕਹਿਣ ਲੱਗੇ ਸਾਨੂੰ ਰੱਬ ਨੇ ਭੇਜਿਆ, ਅਤੇ ਉਹ ਕਹਿੰਦੇ ਵੀ ਉਹਨੂੰ ਨਾਲ ਲੈ ਕੇ ਅਤੇ ਉਸ ਘਰ ਵਿੱਚ ਜਾਓ ਜਿਸ ਘਰ ਵਿੱਚ ਮੇਰੇ ਅੱਜ ਪਿਆਰੇ ਦਾ ਨਰਾਦਰ ਹੋਇਆ ਵਾ। ਅਤੇ ਆਹ ਇੱਕ ਮਿਸਾਲ ਜਗਦੀ ਮਿਸਾਲ ਜਿਹੜੀ ਸਾਡੇ ਨਾਲ ਫੜੋ, ਅਤੇ ਆਓ ਸਾਡੇ ਨਾਲ ਉਹ ਘਰ ਨੂੰ ਫੂਕ ਕੇ ਆਉਣਾ। ਇਹ ਸਾਖੀ ਸੁਣਾ ਰਹੇ 10ਵੇਂ ਪਾਤਸ਼ਾਹ ਉਸ ਵਿਅਕਤੀ ਨੂੰ, ਜਿਹੜਾ ਕਹਿੰਦਾ ਮਹਾਰਾਜ ਮੈਂ ਚਾਹੁੰਦਾ ਮੈਂ ਸਾਧੂ ਬਣ ਜਾ, ਅਤੇ ਮੈਨੂੰ ਦੱਸੋ ਸਾਧੂ ਬਣਨਾ ਚੰਗਾ ਕਿ ਗ੍ਰਸਤੀ ਬਣਨਾ ਚੰਗਾ। ਅਤੇ ਸਾਧੂ ਦੇ ਵੀ ਅਸੂਲ ਨੇ ਅਤੇ ਗ੍ਰਸਤੀ ਦੇ ਵੀ ਅਸੂਲ ਨੇ, 10ਵੇਂ ਪਾਤਸ਼ਾਹ ਕਹਿ ਰਹੇ ਨੇ ਉਸ ਨੂੰ। ਉਹ ਕਹਿਣ ਲੱਗੇ ਇੱਕ ਮਿਸਾਲ ਜਿਹੜੀ ਜਗਦੀਆਂ ਮਿਸਾਲਾਂ ਨੇ, ਇੱਕ ਮੈਨੂੰ ਫੜਾ ਦਿਓ ਇਹ। ਸਾਧੂ ਕਹਿਣ ਲੱਗਾ, ਉਹ ਲੈ ਕੇ ਮਿਸਾਲ ਜੀ ਉਹਨਾਂ ਦੇ ਮਗਰੀ ਪੈ ਗਿਆ। ਉਹ ਕਹਿਣ ਲੱਗੇ ਅਸੀਂ ਤਾਂ ਤੇਰੀ ਪਈ ਰੱਖਿਆ ਕਰਨ ਆਏ, ਤੂੰ ਸਾਨੂੰ ਮਾਰਨ ਪੈ ਗਿਆ। ਕਹਿਣ ਲੱਗੇ ਭਾਜੋ ਇੱਥੋਂ, ਜਿਹਨੇ ਤੁਹਾਨੂੰ ਇਹ ਮਿਸਾਲਾਂ ਦੇ ਕੇ ਭੇਜਿਆ ਵੀ ਉਸ ਘਰ ਨੂੰ ਸਾੜ ਕੇ ਆਓ, ਉਸ ਘਰ ਨੂੰ ਫੂਕ ਕੇ ਆਓ ਜਿੱਥੇ ਮੇਰੇ ਭਗਤ ਦਾ ਨਰਾਦਰ ਹੋਇਆ ਜੇ। ਅਤੇ ਕਹਿਣ ਲੱਗਾ ਜੇ ਉਹਨੂੰ ਇੰਨਾ ਫਿਕਰ ਸੀ ਮੇਰਾ ਰੱਬ ਨੂੰ, ਤੁਹਾਨੂੰ ਭੇਜਿਆ ਨਾ, ਅਤੇ ਉਹ ਮੇਰੇ ਵਾਸਤੇ ਖਾਣਾ ਭੇਜ ਦਿੰਦਾ ਥਾਲੀ ਇੱਕ, ਸਿਆਪਾ ਹੀ ਮੁੱਕ ਜਾਂਦਾ। ਕਹਿਣ ਲੱਗਾ ਨਾ ਨਾ, ਸਾਧੂ ਮਹਾਤਮਾ ਨਹੀਂ ਲੜਦੇ ਹੁੰਦੇ। ਅਜੇ ਤੱਕ ਧਰਤੀ ਉੱਤੇ ਕਿਸੇ ਸਾਧੂ ਮਹਾਤਮਾ ਨੇ ਕਿਸੇ ਉੱਤੇ ਹੱਥ ਨਹੀਂ ਚੁੱਕਿਆ। ਜਿੱਦਣ ਸਾਧੂ ਹੱਥ ਚੁੱਕ ਲਿਆ ਨਾ, ਰੱਬ ਦਾ ਹੱਥ ਪਿੱਛੇ ਹੋ ਜਾਣਾ ਹੈ। ਇਹ ਨਿਸ਼ਾਨੀ ਸਾਧੂ ਦੀ ਕੀ ਨਿਸ਼ਾਨੀ? ਸਾਧੂ ਨੇ ਕਿਸੇ ਉੱਤੇ ਹੱਥ ਨਹੀਂ ਚੁੱਕਿਆ। ਉਹਨੂੰ ਪਤਾ ਹੈ ਮੇਰਾ ਹੱਥ ਛੋਟਾ ਹੈ, ਜਿਹੜਾ ਮੇਰੇ ਪਿੱਛੇ ਖਲੋਤਾ ਉਹਦਾ ਬਹੁਤ ਵੱਡਾ ਹੱਥ ਹੈ। ਮੈਂ ਤਾਂ ਬਹੁਤ ਥੋੜ੍ਹਾ ਕੁਛ ਕਰ ਸਕੂੰਗਾ, ਪਰ ਮੇਰੇ ਨੇ ਬਹੁਤ ਕੁਛ ਕਰ ਦੇਣਾ ਹੈ। ਇਸ ਕਰਕੇ ਸਾਧੂ ਨਹੀਂ ਹੱਥ ਚੁੱਕਦੇ। ਜਿਹੜੇ ਚੁੱਕਦੇ ਨੇ ਉਹ ਸਾਧੂ ਨਹੀਂ। ਮੈਂ ਬਾਰ-ਬਾਰ ਕਹਿੰਦਾ, ਜਿਹਨਾਂ ਸਾਧਾਂ ਦੇ ਡੇਰਿਆਂ ਉੱਤੇ ਇਸ ਵੇਲੇ ਬੰਦੂਕਾਂ ਪਈਆਂ ਨੇ, ਬੰਦੂਕਾਂ ਦਾ ਮਤਲਬ ਨਹੀਂ ਇੱਥੇ ਬਦਮਾਸ਼ੀ ਹੋ ਰਹੀ ਹੈ। ਇੱਥੇ ਬਦਮਾਸ਼ ਬੈਠੇ ਹੋਏ ਜੇ। ਕਹਿਣ ਲੱਗੇ ਜਾਓ ਭਾਜੋ, ਜੇ ਮੇਰੀ ਰੋਟੀ ਦਾ ਉਸ ਨੂੰ ਫਿਕਰ ਆ ਉਹ ਰੋਟੀ ਭੇਜੇ। ਉਹਨਾਂ ਨੂੰ ਕਿਉਂ ਸਾੜੀਏ ਜਿਨ੍ਹਾਂ ਨੇ ਮੇਰਾ ਨਰਾਦਰ ਕੀਤਾ। ਅਸੀਂ ਸਾਧੂ ਨੇ, ਮਹਾਤਮਾ ਹੁੰਦੇ ਹਾਂ। ਅਸੀਂ ਨਹੀਂ ਕਿਸੇ ਨਾਲ ਲੜ ਸਕਦੇ, ਅਸੀਂ ਨਹੀਂ ਕਿਸੇ ਉੱਤੇ ਹੱਥ ਚੁੱਕ ਸਕਦੇ। ਗੁਰੂਆਂ ਨੇ ਆਪਣੇ ਹੱਥੀਂ ਵਸਾਏ ਹੋਏ ਖਡੂਰ ਸਾਹਿਬ ਛੱਡ ਦਿੱਤਾ, ਕਹਿਣ ਲੱਗੇ ਲੜਨਾ ਨਹੀਂ ਹੈ। ਗੋਂਦਵਾਲ ਸਾਹਿਬ ਛੱਡ ਦਿੱਤਾ, ਆਖਿਆ ਲੜਨਾ ਨਹੀਂ ਹੈ। ਗੁਰੂ ਤੇਗ ਬਹਾਦਰ, ਬਾਬਾ ਬਕਾਲਾ ਅਤੇ ਅੰਮ੍ਰਿਤਸਰ ਸ਼ਹਿਰ ਦੋਵੇਂ ਛੱਡ ਕੇ ਤੁਰ ਗਏ। ਕਹਿੰਦੇ ਸਾਧੂ ਮਹਾਤਮਾ ਨਹੀਂ ਲੜਦੇ ਹੁੰਦੇ। ਇਹ ਪਤਾ ਨਹੀਂ ਕਿੱਥੋਂ ਸੰਤ ਲੱਭ ਲਏ ਨੇ ਲੜਾਈ ਝਗੜੇ ਕਰਨ ਵਾਲੇ ਲੋਕਾਂ ਨੇ। ਬੰਦੂਕਾਂ ਵਾਲੇ ਸਾਧੂ, ਇਹ ਬੰਦੂਕਾਂ ਵਾਲੇ ਸਾਧੂ ਲੱਭ ਲਏ ਲੋਕ। ਉਹ ਨਹੀਂ, ਸਿਆਣੇ ਬਣੋ ਲੋਕੋ, ਸਾਧ ਨਹੀਂ ਜੇ ਲੜਦੇ। ਨਿਵੇਂ ਸੋ ਗੌਰਾ ਹੋਏ, ਸਾਧੂ ਹੁੰਦਾ ਜਿਹੜਾ ਨਿਵ ਜਾਵੇ। ਉਹ ਰੱਬ ਦੇ ਭਾਣੇ 'ਚ ਹੁੰਦਾ ਹੈ, ਉਹ ਨਿਵ ਜਾਂਦਾ ਹੈ। ਅਤੇ ਕਹਿਣ ਲੱਗੇ ਫਿਰ ਜੇ ਤੇ ਸਾਧੂ ਬਣਨਾ ਤਾਂ ਇੱਦਾਂ ਭਰੋਸਾ ਰੱਖੀ ਜਿੱਦਾਂ ਉਹਨੇ ਭਰੋਸਾ ਰੱਖਿਆ ਸੀ। ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ, ਨਹੀਂ ਤਾਂ ਕਰ ਬੈਰਾਗ। ਬੈਰਾਗੀ ਬਣ ਜਾ। ਪਰ ਬਿਨ ਸਤਿਗੁਰ ਬੰਧਨ ਟੂਟੇ ਨਹੀਂ, ਗੁਰਮੁਖ ਮੋਖ ਦੁਆਰਾ। ਬੈਰਾਗੀ ਬਣਿਆ ਵੀ ਨਹੀਂ ਗੱਲ ਬਣਨੀ। ਇਹ ਜਨਮਾਂ ਜਨਮਾਂਤਰਾਂ ਦੇ ਇਹ ਬੰਧਨ ਪਏ ਹੋਏ ਨੇ, ਗੁਰੂ ਨੇ ਤੋੜਨੇ ਨੇ। ਜਨਮ ਜਨਮ ਕੀ ਇਸ ਮਲ ਕੋ ਮਲ ਲਾਗੀ। ਇਹ ਕਿਸ ਨੇ ਲਾਉਣੀ ਹੈ? ਇਹ ਗੁਰੂ ਨੇ ਲਾਉਣੀ ਹੈ। ਭਰੀਏ ਹੱਥ ਪੈਰ ਤਨ ਦੇ, ਪਾਣੀ ਤੇ ਉਤੇ ਉਤਰਸ ਕੇ ਮੂੰਹ। ਭਰੀਏ ਮਤ ਪਾਪਾਂ ਕੇ ਸੰਗ,
ਉਹ ਧੋਪੇ ਨਾਵੇਂ ਕਿਰਮ। ਇਹ ਆਉਣ ਵਾਲੇ ਸਮੇਂ 'ਚ ਆਪਾਂ ਇੱਕ ਹੋਰ ਵਿਆਖਿਆ ਕਰਾਂਗੇ ਮੰਨੇ ਧਰਮ ਸੇਤੀ ਸੰਬੰਧ ਦੀ।